the biggest South Asian media group, Y Media. वाई मीडिया ग्रुप वालों तुहाडे सारिਆਂ ਦਾ ਚੈਨਲ ਵਾਈ ਦੇ ਉੱਤੇ ਬਹੁਤ-ਬਹੁਤ ਸਵਾਗਤ ਹੈ। ਬਤੌਰ ਗਰੁੱਪ ਐਡੀਟਰ ਵਾਈ ਮੀਡੀਆ ਮੈਂ ਯੁਧਵੀਰ ਜਸਵਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ ਅੱਜ ਇਸ ਪ੍ਰੋਗਰਾਮ ਦੇ ਵਿੱਚ ਕਰਨ ਨਿਊਜ਼ ਔਰ ਉਹਦੇ ਉੱਤੇ ਐਨਾਲਿਸਿਸ ਲੈ ਕੇ। ਹੁਣ ਆਨੇ ਮੁੱਦੇ ਦੀ ਗੱਲ ਦੇ ਉੱਤੇ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਅੱਜ ਹੋਏਗਾ ਇੱਕ ਵਾਰ ਫੇਰ ਔਰ ਇੱਥੇ ਅਸੀਂ ਦੱਸ ਦਈਏ ਕਿ ਸਾਰਿਆਂ ਦਾ ਧਿਆਨ ਹੁਣ ਇਹੀ ਔਰ ਜਿੱਥੇ ਵੀ ਅਸੀਂ ਜਾਂਦੇ ਹਾਂ ਇੱਕ ਹੀ ਸਵਾਲ ਹਰ ਜਗ੍ਹਾ ਮੈਨੂੰ ਆਫ ਦੀ ਏਅਰ ਹੁਣ ਪੁੱਛਿਆ ਜਾਂਦਾ ਹੈ, ਕੀ ਲੱਗਦਾ ਹੈ ਮੋਦੀ ਵਾਪਸ ਆਏਗਾ? ਕੀ ਲੱਗਦਾ ਹੈ ਜੀ ਆਪੋਜੀਸ਼ਨ ਅਲਾਇੰਸ ਹੁਣ ਜਿੱਤੇਗਾ? ਮੋਦੀ ਵਰਸਸ ਆਪੋਜੀਸ਼ਨ ਅਲਾਇੰਸ ਦਾ ਕੀ ਯੁਧਵੀਰ ਜੀ ਕੀ ਕਰ ਰਹੇ ਹੋ ਵਾਈ ਮੀਡੀਆ ਤੇ ਕੀ ਖਬਰ ਹੈ? ਸੋ ਇਸ ਸਵਾਲ ਨੂੰ ਅਸੀਂ ਐਡਰੈਸ ਕਰਾਂਗੇ ਔਰ ਹਰ ਹਫਤੇ ਅਸੀਂ ਨੰਬਰਸ ਵੀ ਪੇਸ਼ ਕਰਾਂਗੇ। ਸੋ ਸ਼ੁਰੂਆਤ ਅਸੀਂ ਕਰ ਦਿੱਤੀ ਸੀਗੀ ਦਸੰਬਰ ਦੇ 3rd ਵੀਕ ਤੋਂ। ਸੋ ਦਸੰਬਰ ਦੇ 3rd ਵੀਕ ਤੋਂ ਬਾਅਦ ਦਸੰਬਰ 4th ਵੀਕ, ਜਨਵਰੀ 1st ਵੀਕ, ਜਨਵਰੀ 2nd, 3rd, 4th, ਫੈਬਰਰੀ 1st ਵੀਕ ਤੋਂ ਲੈ ਕੇ ਫੈਬਰਰੀ 4th ਵੀਕ ਤੱਕ, ਮਾਰਚ 1st ਵੀਕ ਤੋਂ ਲੈ ਕੇ ਮਾਰਚ 4th ਵੀਕ ਤੱਕ, ਅਪ੍ਰੈਲ 1st ਵੀਕ ਤੋਂ ਲੈ ਕੇ 1st ਵੀਕ, 2nd ਵੀਕ, 3rd ਵੀਕ, 4th ਵੀਕ, ਹਰ ਹਫਤੇ ਨੰਬਰਸ ਅਸੀਂ ਤੁਹਾਡੇ ਲਈ ਸ਼ੇਅਰ ਕਰਾਂਗੇ। ਇਸ ਲਈ ਅਸੀਂ ਇਹਦਾ ਨਾਮ ਰੱਖਿਆ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ। ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਅਸੀਂ ਤੁਹਾਨੂੰ ਦੱਸਾਂਗੇ ਕਿ ਇਸ ਹਫਤੇ ਨੰਬਰਸ ਉੱਪਰ ਜਾ ਰਹੇ ਨੇ ਕਿ ਥੱਲੇ ਜਾ ਰਹੇ ਨੇ। ਕਾਰਨ ਕੀ ਹੈ ਕਿ ਡਿਫਰੈਂਟ ਅਲਾਇੰਸਿਸ ਹੋਣਗੇ, ਹਾਲਾਤ ਬਦਲਣਗੇ, ਅਲੱਗ-ਅਲੱਗ ਖਬਰਾਂ ਆਉਣਗੀਆਂ। ਕਦੇ ਰਾਮ ਮੰਦਿਰ ਦੀ ਖਬਰ ਆ ਰਹੀ ਹੈ, क्या पुलवामा वर्गा असर किसी ऐसी खबर का होएगा जो 2019 पुलवामा की खबर आई और उन्हें सारे डायनेमिक्स बदल के रख देते? क्या राम मंदिर उस तरह की खबर इस बार होएगा? क्या कोई होर नवा मुद्दा आएगा? ओपोजिशन दे अलायंसिस क्या स्ट्रोंग रहणगे, इंटैक्ट रहणगे, या बीजेपी को कोई नवा अलायंस मिल जाएगा? बीजेपी की की रणनीति होएगी? इन्हां हर चीज़ के उत्ते निगाह बरकरार और इन्हां सारियां खबरां दा आंकलन करदियां होया, बहुत सारियां लोकल अखबारां दा आंकलन करदियां होया, बहुत सारे ਜਿਹੜੇ ਪੋਲ ਸਰਵੇ ਆ ਰਹੇ ਨੇ ਉਹਨਾਂ ਦਾ ਐਨਾਲਿਸਿਸ ਕਰਦੇ ਹਾਂ ਔਰ ਪਿਛਲੇ ਨੰਬਰਸ ਨੂੰ ਦੇਖਦੇ ਹਾਂ, ਚਾਹੇ ਫਿਰ ਉਹ ਅਸੈਂਬਲੀ ਇਲੈਕਸ਼ਨ ਸੀਗੇ ਚਾਹੇ ਲੋਕ ਸਭਾ ਦੇ ਇਲੈਕਸ਼ਨ ਸੀਗੇ, ਪਿਛਲੇ ਸਾਰੇ ਨੰਬਰਸ ਨੂੰ ਦੇਖਦੇ ਹਾਂ, ਆਪਣੇ ਐਕਸਪੀਰੀਅੰਸ ਦਾ ਇਸਤੇਮਾਲ ਕਰਦੇ ਹਾਂ। ਅਸੀਂ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਤੁਹਾਡੇ ਲਈ ਹਰ ਹਫਤੇ ਨੰਬਰ ਪੇਸ਼ ਕਰਾਂਗੇ। ਹੂ ਇਜ਼ ਲੀਡਿੰਗ, ਬੀਜੇਪੀ ਔਰ ਆਪੋਜੀਸ਼ਨ? ਮਾਮਲਾ ਕਿੱਥੇ ਖੜਾ ਹੈ? ਇਸ ਸਵਾਲ ਨੂੰ ਅਸੀਂ ਸਟੈਟਿਸਟਿਕਲੀ ਐਡਰੈਸ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਤੁਹਾਡਾ ਬਹੁਤ ਸਾਥ ਸਾਨੂੰ ਹਮੇਸ਼ਾ ਇਹਦੇ ਵਾਸਤੇ ਮਿਲਦਾ ਰਿਹਾ। ਅੱਜ ਜੇ ਅਸੀਂ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਨੰਬਰ ਵੱਲ ਦੇਖੀਏ ਤਾਂ ਕੁਝ ਚੀਜ਼ਾਂ ਜੋ ਇਸ ਹਫਤੇ ਦੇ ਵਿੱਚ ਹੋਈਆਂ ਨੇ ਔਰ ਮੈਂ ਐਨਾਲਿਸਿਸ ਬਹੁਤ ਬਰੀਫ ਰੱਖਣਾ ਚਾਹਾਂਗਾ। ਫਿਰ ਪੈਨਲ ਮੈਂਬਰਸ ਬੈਠੇ ਨੇ, ਪੈਨਲ ਮੈਂਬਰਸ ਦੇ ਵੀ ਡੈਫੀਨਿਟਲੀ ਵਿਚਾਰ ਲਵਾਂਗਾ। ਬਟ ਬਿਫੋਰ ਆਈ ਹੈਡ ਔਨ ਟੂ ਦ ਪੈਨਲ ਮੈਂਬਰਸ, ਮੈਂ ਇਸ ਹਫਤੇ ਬਿਕੋਜ਼ ਅਸੀਂ ਹਰ ਵੀਕ ਤੁਹਾਨੂੰ ਨੰਬਰਸ ਦੇਣੇ ਨੇ, ਨੰਬਰ ਮੈਂ ਤੁਹਾਨੂੰ ਦੇ ਚੁੱਕਾ ਹੈਗਾ ਦਸੰਬਰ 3rd ਵੀਕ ਦੇ ਔਰ ਹੁਣ ਟਾਈਮ ਆ ਗਿਆ ਦਸੰਬਰ 4th ਵੀਕ, ਦਸੰਬਰ 4th ਵੀਕ 2023 ਦੇ ਨੰਬਰਸ ਦੇਣ ਦਾ। ਲੇਕਿਨ ਉਸ ਤੋਂ ਪਹਿਲਾਂ ਮੈਂ ਕੁਝ ਚੀਜ਼ਾਂ ਜ਼ਰੂਰ ਜ਼ਿਕਰ ਕਰਨਾ ਚਾਹੁੰਦਾ। ਦਸੰਬਰ 4th ਵੀਕ ਦੇ ਵਿੱਚ ਨੰਬਰਸ ਦੇਣ ਤੋਂ ਪਹਿਲਾਂ ਇੱਥੇ ਦੱਸਣਾ ਚਾਹੁੰਦਾ ਹੈਗਾ ਕਿ ਆਪੋਜੀਸ਼ਨ ਦੇ ਵਿੱਚ ਕਿਹੜੇ-ਕਿਹੜੇ ਚੈਲੰਜਸ ਨੇ ਔਰ ਬੀਜੇਪੀ ਵਾਸਤੇ ਕਿਹੜੇ-ਕਿਹੜੇ ਚੈਲੰਜਸ ਨੇ। ਜੇ ਤੁਹਾਨੂੰ ਯਾਦ ਹੋਵੇ ਤਾਂ ਪਿਛਲੇ 5 ਮਹੀਨਿਆਂ ਤੋਂ ਮੈਂ ਲਗਾਤਾਰ ਇੱਕ ਗੱਲ ਕਰ ਰਿਹਾ, ਦ ਨੰਬਰ 1 ਚੈਲੰਜ ਫॉर ਆਪੋਜੀਸ਼ਨ, ਵਟ ਕੁਡ ਬੀ ਦ ਬਿਗੇਸਟ ਚੈਲੰਜ? ਸਭ ਤੋਂ ਬੜੀ ਪ੍ਰੋਬਲਮ ਆਪੋਜੀਸ਼ਨ ਵਾਸਤੇ ਕੀ ਆ ਸਕਦੀ ਹੈ? ਸਵਾਲ ਤਾਂ ਵੈਸੇ ਹੀ ਪੁੱਛਿਆ ਜਾ ਰਿਹਾ ਸੀਗਾ ਕਿ ਪੀਐਮ का फेस कौन ਹੋਏਗਾ, ਬਟ ਆਈ ਥਿੰਕ ਦੈਟ ਇਜ਼ ਨੰਬਰ 2 ਜਾਂ ਨੰਬਰ 3 ਹੈ। ਦ ਬਿਗੇਸਟ ਚੈਲੰਜ ਜੋ ਮੈਂ ਪਿਛਲੇ 5 ਮਹੀਨੇ ਤੋਂ ਕਹਿ ਰਿਹਾ, ਮੈਂ ਅੱਜ ਵੀ ਉੱਥੇ ਹੀ ਖੜਾ ਹੈਗਾ ਔਰ ਅੱਗੇ ਦੇਖੋ ਕੀ ਹੁੰਦਾ ਹੈ। द बिगेस्ट प्रॉब्लम इज सीट शेयरिंग। आखिरकार सीट शेयरिंग जी है किदां होएगी? शुरुआत कर लेने कांग्रेस पार्टी तो। कांग्रेस पार्टी ਵੱਖ-ਵੱਖ स्टेट यूनिट्स ਜਿਹੜੀਆਂ ਨੇ ਉਹਨਾਂ ਨੂੰ ਦਿੱਲੀ ਬੁਲਾਇਆ ਜਾ ਰਿਹਾ ਹੈ ਕਾਂਗਰਸ ਪਾਰਟੀ ਵੱਲੋਂ ਔਰ ਉਹਨਾਂ ਦੇ ਨਾਲ ਮੀਟਿੰਗਸ ਵੀ ਕੀਤੀਆਂ ਜਾ ਰਹੀਆਂ ਨੇ। ਫਿਰ ਚਾਹੇ ਬੰਗਾਲ ਦੇ ਵਿੱਚ ਜਿਹੜੇ ਕਾਂਗਰਸ ਦੇ ਮੈਂਬਰਸ ਨੇ, ਚਾਹੇ ਜੰਮੂ ਕਸ਼ਮੀਰ 'ਚ ਨੇ, ਚਾਹੇ ਹਿਮਾਚਲ 'ਚ ਨੇ, ਚਾਹੇ ਪੰਜਾਬ ਦੇ ਵੀ ਸਾਰੇ ਮੈਂਬਰਸ ਮਿਲ ਕੇ ਆਏ ਨੇ, ਜਿੰਨੇ ਵੀ ਪੰਜਾਬ ਦੇ ਕਾਂਗਰਸ ਦੇ ਸੀਨੀਅਰ ਲੀਡਰਸ ਨੇ। ਫਿਰ ਚਾਹੇ ਉਹ ਅਮਰਿੰਦਰ ਰਾਜਾ ਵੜਿੰਗ ਸਾਹਿਬ ਹੋਣ, फिर चाहे प्रताप सिंह बाजवा साहब ने, नवजोत सिद्धू साहब, हर बड़ा लीडर कांग्रेस का वो भी दिल्ली मिल के आया। हुण इहदे विच कुछ प्रॉब्लम्स दस दिना है, जिथे जिथे कांग्रेस वर्सिस बीजेपी है उत्थे उत्थे तो ज़्यादा दिक्कत नहीं आएगी। लेकिन प्रॉब्लम कित्थे आ रही है? वेस्ट बंगाल दे विच। वेस्ट बंगाल दे विच कांग्रेस के जिहड़े लीडर्स ने, अधीर रंजन चौधरी तो लैके सब जिहड़े लीडर्स ने वो ये कह के आए ने कि असीं TMC दे नाल अलायंस नहीं कर सकते, क्योंकि TMC विच ममता बनर्जी जी ने और उन्हों के नाल बहुत ज़्यादा जाती की है, धक्का किया उन्होंने कहना। वो क्यों ऐसा कह रहे हैं? वो कहते जी TMC तृणमूल कांग्रेस जी है उन्होंने वर्करस इन्हों के नाल फिजिकली मारते हैं, कुटते हैं, ईवन एलीगेशन इतने तक भी लगाते कि कतल तक ये लोग कर देंगे। सो और उन्होंने टारगेट है कि जी TMC है वो लैफ्ट फ्रंट तो कांग्रेस के सिर पर ग्रो की है। बीजेपी तो ग्रो कर रही होते और बीजेपी का तो वजूद ही नहीं सका, बीजेपी का तो वजूद ही नहीं सका। बीजेपी को तुसीं पिछलियां इलैक्शन ਦੇ ਵਿੱਚ ਦੇਖ ਲਓ, ਇਸ ਇਲੈਕਸ਼ਨ 'ਚ 74 ਸੀਟ ਨੇ ਅਸੈਂਬਲੀ ਦੇ ਵਿੱਚ ਉਹਨਾਂ ਦੀਆਂ, ਪਿਛਲੀਆਂ ਇਲੈਕਸ਼ਨ ਦੇ ਵਿੱਚ ਸਿਰਫ 3 ਸੀਟਾਂ ਸੀਗੀਆਂ। ਸੋ TMC ਜਿਹੜੀ ਸਟਰੋਂਗ ਹੋਈ ਹੈ 2011, 2016 ਔਰ 2021, TMC ਜਿਹੜੀ 2011 'ਚ ਸਰਕਾਰ ਬਣਾਈ, ਫਿਰ 2016, 2021
ਕਾਂਗਰਸ ਨੂੰ ਕਹਿ ਰਿਹਾ ਕਿ ਤੁਸੀਂ ਹਾਈ ਕਮਾਂਡ ਅਲਾਈਅੰਸ ਕਰਨ ਦੀ ਗੱਲ ਕਰ ਰਹੇ ਹੋ 2024 ਵਾਸਤੇ, ਲੇਕਿਨ ਲੈਫਟ ਫਰੰਟ ਨੂੰ ਖਤਮ ਕੀਤਾ TMC ਨੇ, ਔਰ ਲੈਫਟ ਫਰੰਟ ਦੇ ਖਤਮ ਕਰਨ ਤੋਂ ਇਲਾਵਾ ਕਾਂਗਰਸ ਨੂੰ ਖਤਮ ਕਰ ਰਿਹਾ TMC। ਸੋ ਮਮਤਾ ਜੀ ਔਰ ਇਹਨਾਂ ਦੇ ਬੰਦੇ ਤਾਂ ਸਾਨੂੰ ਖਤਮ ਕਰ ਰਹੇ ਨੇ। ਬੀਜੇਪੀ ਤਾਂ ਗਰੋ ਕਰ ਰਹੀ ਹੈ ਜਿਹਦਾ ਵਜੂਦ ਹੀ ਨਹੀਂ ਸੀਗਾ ਵੈਸਟ ਬੰਗਾਲ ਦੇ ਵਿੱਚ। ਉਹ 2016 ਚ ਸਿਰਫ ਉਹਨਾਂ ਦੀਆਂ 3 ਸੀਟਾਂ ਸੀਗੀਆਂ ਬੰਗਾਲ ਅਸੈਂਬਲੀ ਚ, ਉਹ ਵੀ 74 ਤੇ ਪਹੁੰਚ ਗਈਆਂ ਨੇ। ਸੋ ਇਹਨਾਂ ਦੇ ਨਾਲ ਅਸੀਂ ਅਲਾਈਅੰਸ ਨਹੀਂ ਕਰਨਾ ਚਾਹੁੰਦੇ। ਬਾਕੀ ਜਾਂਦੇ ਜਾਂਦੇ ਉਹ ਹਮੇਸ਼ਾ ਹੀ ਇਹ ਕਹਿ ਦਿੰਦੇ ਆ ਕਿ ਜੋ ਹਾਈ ਕਮਾਨ ਫੈਸਲਾ ਕਰੇਗੀ ਉਹ ਅਸੀਂ ਮਨਜ਼ੂਰ ਕਰਾਂਗੇ। ਹੁਣ ਕਿੰਨੇ ਕੁ ਮਨਜ਼ੂਰ ਕਰਦੇ ਨੇ ਨਹੀਂ ਕਰਦੇ, ਇਹ ਬੰਗਾਲ ਦੇ ਵਿੱਚ ਹੀ ਨਹੀਂ, ਜੰਮੂ ਕਸ਼ਮੀਰ ਤੋਂ ਲੈ ਕੇ ਮਹਾਰਾਸ਼ਟਰ ਤੱਕ ਕਾਂਗਰਸ ਦੇ ਸਾਹਮਣੇ ਹਰ ਸਟੇਟ ਦੇ ਵਿੱਚ, ਖਾਸ ਕਰ ਜਿੱਥੇ ਅਲਾਈਅੰਸ ਪਾਰਟਨਰਸ ਹੈਗੇ, ਸਿੱਧੀ ਬੀਜੇਪੀ ਔਰ ਕਾਂਗਰਸ ਦੀ ਟੱਕਰ ਨਹੀਂ, ਉਹ ਚੈਲੰਜ ਬਰਕਰਾਰ ਹੈ। ਪੰਜਾਬ ਦੇ ਵਿੱਚ ਵੀ ਇਹੀ ਸਮੱਸਿਆ ਹੈ। ਕੁਝ ਲੀਡਰਸ ਤਾਂ ਇੱਥੇ ਤੱਕ ਧਮਕੀ ਦੇ ਰਹੇ ਨੇ ਕਿ ਜੀ ਅਸੀਂ ਕਾਂਗਰਸ ਪਾਰਟੀ ਛੱਡ ਦਿਆਂਗੇ ਜੇ ਅਲਾਈਅੰਸ ਹੋ ਗਿਆ, ਔਰ ਅਲਾਈਅੰਸ ਦੇ ਵਿੱਚ ਜੇ ਹੋ ਗਿਆ ਅਸੀਂ ਘਰ ਬੈਠ ਜਾਾਂਗੇ, ਅਸੀਂ ਸਾਥ ਨਹੀਂ ਦੇਣਾ ਹੈਗਾ। ਲੇਕਿਨ ਇਨ ਦੀ ਐਂਡ ਚਾਹੇ ਪ੍ਰਤਾਪ ਸਿੰਘ ਬਾਜਵਾ ਸਾਹਿਬ ਨੇ, ਅਮਰਿੰਦਰ ਰਾਜਾ ਵੜਿੰਗ ਸਾਹਿਬ ਨੇ, ਕੋਈ ਵੀ ਹੈ, ਬਾਅਦ ਦੇ ਵਿੱਚ ਤਾਂ ਇਹੀ ਕਹਿ ਦਿੰਦੇ ਆ ਕਿ ਜੀ ਜੋ ਹਾਈ ਕਮਾਂਡ ਫੈਸਲਾ ਕਰੇਗੀ ਉਹ ਅਸੀਂ ਕਰ ਲਾਂਗੇ। ਸੋ ਇੱਕ ਤੇ ਇਹ ਜਿਹੜਾ ਅਲਾਈਅੰਸ ਕਿੱਦਾਂ ਹੋਣਾ ਹੈ, ਇਹ ਮੈਂ ਕਾਂਗਰਸ ਤੋਂ ਹਜੇ ਸ਼ੁਰੂਆਤ ਕੀਤੀ ਹੈ। ਉੱਤਰ ਪ੍ਰਦੇਸ਼ ਦੇ ਵਿੱਚ ਕਿੱਦਾਂ ਹੋਏਗਾ ਅਲਾਈਅੰਸ? ਕੀ ਅਲਾਈਅੰਸ ਦਾ ਕੋਈ ਫਾਇਦਾ ਵੀ ਹੋਏਗਾ? ਮਹਾਗਠਬੰਧਨ 2019 ਚ ਹੋਇਆ, ਕੀ ਫਾਇਦਾ ਹੋਇਆ? ਬਿਲਕੁਲ ਹੋਇਆ। ਮੈਂ ਇੱਥੇ ਪਹਿਲਾਂ ਕਹਿ ਦੇਣਾ, ਬਹੁਤ ਸਾਰੇ ਲੋਕ ਕਹਿਣਗੇ ਜੀ ਮਹਾਗਠਬੰਧਨ ਬਣਿਆ ਸੀਗਾ 2019 ਚ, ਫਿਰ ਕੀ ਫਾਇਦਾ ਹੋਇਆ? ਮੈਂ ਦੱਸ ਦਵਾਂ ਕਿ 10 ਸੀਟਾਂ ਘੱਟ ਕਰ ਦਿੱਤੀਆਂ। ਔਰ ਇੱਕ ਚੀਜ਼ ਅਸੀਂ ਧਿਆਨ ਦੇ ਨਾਲ ਦੇਖੀਏ, ਉੱਤਰ ਪ੍ਰਦੇਸ਼ ਦੇ ਆਸ-ਪਾਸ, ਇਫ ਯੂ ਲੁੱਕ ਐਟ ਦਾ ਪੈਰੀਫੇਰੀ ਆਊਟਸਾਈਡ ਉੱਤਰ ਪ੍ਰਦੇਸ਼, ਲਗਭਗ ਕਲੀਨ ਸਵੀਪ ਸੀਗਾ। ਦਿੱਲੀ ਦੇ ਵਿੱਚ 7 ਦੀਆਂ 7 ਸੀਟਾਂ, ਦਿੱਲੀ 'ਚ ਕਲੀਨ ਸਵੀਪ। ਰਾਜਸਥਾਨ ਦੇ ਵਿੱਚ ਲਗਭਗ ਕਲੀਨ ਸਵੀਪ, ਇੱਕ ਸੀਟ ਸਿਰਫ ਛੱਡੀ, ਉਹ ਵੀ ਅਲਾਈਅੰਸ ਜਿੱਤ ਗਏ ਨੇ। ਗੁਜਰਾਤ ਦੇ ਵਿੱਚ 26 ਦੀਆਂ 26 ਸੀਟਾਂ, ਮੱਧ ਪ੍ਰਦੇਸ਼ ਦੇ ਵਿੱਚ 29 ਤੋਂ 29 ਚੋਂ 28 ਸੀਟਾਂ। ਸੋ ਆਸ-ਪਾਸ ਜਿੱਥੇ ਲਗਭਗ 98% ਸੀਟਾਂ ਜਿੱਤ ਰਹੇ ਆ, ਉੱਤਰ ਪ੍ਰਦੇਸ਼ ਦੇ ਵਿੱਚ 10 ਸੀਟਾਂ ਘਟ ਗਈਆਂ, 10 ਸੀਟਾਂ ਲੂਜ਼ ਕੀਤਾ ਕਿਉਂਕਿ ਮਹਾਗਠਬੰਧਨ, ਔਰ ਖਾਸ ਕਰ ਸਮਾਜਵਾਦੀ ਪਾਰਟੀ ਔਰ BSP, SP ਔਰ BSP ਦਾ ਇਕੱਠੇ ਹੋਣਾ, ਔਰ ਜੇ ਕਾਂਗਰਸ ਵੀ ਇਹਨਾਂ ਦੇ ਨਾਲ ਮਿਲ ਜਾਂਦੀ ਹੈ, ਔਰ ਇਸ ਵਾਰ ਜੇ ਆਮ ਆਦਮੀ ਪਾਰਟੀ ਵੀ ਮਿਲ ਜਾਂਦੀ ਹੈ, ਕਿਤੇ ਨਾ ਕਿਤੇ BJP ਲਈ ਬੜਾ ਚੈਲੰਜ ਇਹ ਖੜਾ ਕਰ ਸਕਦੇ ਨੇ। ਬਿਹਾਰ ਦੇ ਵਿੱਚ ਅਸੀਂ ਗੱਲ ਕਰੀਏ, ਬਿਹਾਰ ਦੇ ਵਿੱਚ ਸਥਿਤੀ ਇਸ ਤਰ੍ਹਾਂ ਦੀ ਬਣਦੀ ਨਜ਼ਰ ਆ ਰਹੀ ਹੈ ਕਿ ਅਲਾਈਅੰਸ ਜਿਹੜਾ ਹੈਗਾ ਕਾਂਗਰਸ ਦਾ, ਕਿਉਂਕਿ ਪਿਛਲੀ ਵਾਰ ਜੇ ਅਸੀਂ ਦੇਖੀਏ, ਜੋ ਮੈਂ ਜ਼ਿਕਰ ਕਰ ਰਿਹਾ ਸੀ ਕਿ 98% ਪਲੱਸ ਸਟ੍ਰਾਈਕ ਰੇਟ BJP ਦਾ, ਉਹਨਾਂ ਦੇ ਵਿੱਚ ਬਿਹਾਰ ਵੀ ਗਿਣਨਾ ਪਏਗਾ। 40 ਸੀਟਾਂ ਬਿਹਾਰ ਦੀਆਂ, 39 ਸੀਟਸ NDA ਨੇ ਲਈਆਂ, 39 ਸੀਟਸ BJP ਔਰ ਅਲਾਈਅੰਸ ਨੇ। ਸੋ ਸਿਰਫ ਇੱਕ ਸੀਟ ਬਾਹਰ ਗਈ। ਲੇਕਿਨ ਇਸ ਵਾਰ ਨਿਤੀਸ਼ ਕੁਮਾਰ ਅਲਾਈਅੰਸ ਦੇ ਵਿੱਚ ਨਹੀਂ ਹੈਗੇ। ਸੋ ਹੁਣ BJP ਕੀ ਕਰੇਗੀ? BJP ਦਾ ਆਪਣਾ ਮੰਨਣਾ ਹੈ ਕਿ ਚਿੰਤਾ ਨਾ ਕਰੋ ਜੀ, ਸਾਡੀਆਂ ਸੀਟਾਂ ਫਿਰ ਵੀ 30-35 ਆਣਗੀਆਂ, ਸਾਡੀਆਂ ਸੀਟਾਂ ਵਧਣਗੀਆਂ। ਕਿਉਂ ਕਹਿ ਰਹੀ ਹੈ BJP ਇਸ ਤਰ੍ਹਾਂ? ਕਿਉਂਕਿ ਗਰਾਊਂਡ ਦੇ ਉੱਤੇ ਨਿਤੀਸ਼ ਕੁਮਾਰ ਕੋਲ ਜ਼ਿਆਦਾ ਸਪੋਰਟ ਨਹੀਂ ਹੈ। ਬਲਕਿ ਮੰਨਿਆ ਤੇ ਇਹ ਵੀ ਜਾ ਰਿਹਾ ਕਿ ਜਿੱਥੇ ਨਿਤੀਸ਼ ਕੁਮਾਰ, ਜੋ ਉਹਨਾਂ ਦੇ ਅਲਾਈਅੰਸ ਪਾਰਟਨਰ ਸੀਗੇ, ਜਿੱਥੇ ਨਿਤੀਸ਼ ਕੁਮਾਰ JDU ਦੇ ਕੈਂਡੀਡੇਟ ਖੜੇ ਹੋਣਗੇ, BJP ਦਾ ਪਲੜਾ ਭਾਰੀ ਰਹੇਗਾ ਉੱਥੇ। ਜੋ ਗਰਾਊਂਡ ਸਰਵੇ ਆ ਰਹੇ ਨੇ ਇਸ ਵੇਲੇ, ਤੋਂ ਅਸੀਂ ਲੋਕਲ ਅਖਬਾਰਾਂ ਜਿਹੜੀ ਪੜ੍ਹ ਰਹੇ ਹਾਂ, ਬਲਕਿ ਜਿੱਥੇ RJD ਲਾਲੂ ਪ੍ਰਸਾਦ ਯਾਦਵ ਔਰ ਉਹਨਾਂ ਦੇ ਬੇਟੇ ਤੇਜਸਵੀ ਯਾਦਵ ਜਿੱਥੇ ਫਰੰਟ ਤੇ ਨੇ, ਜਿੱਥੇ ਉਹਨਾਂ ਦੇ ਕੈਂਡੀਡੇਟ ਨੇ RJD ਦੇ, ਉੱਥੇ RJD ਦਾ ਪਲੜਾ ਭਾਰੀ ਹੈ। BJP ਨੂੰ ਥੋੜਾ ਜਿਹਾ ਫਾਈਟ ਕਰਨੀ ਪਏਗੀ ਉੱਥੇ, ਔਰ ਕਾਂਗਰਸ ਨੂੰ ਕੋਈ ਜ਼ਿਆਦਾ ਸੀਟਸ ਦੇਣ ਦੀ ਤਿਆਰੀ ਨਹੀਂ ਹੈ। ਉਹ ਖੈਰ ਜੋ ਮੈਂ ਕਿਹਾ ਹੀ ਹੈ, ਨੰਬਰ 1 ਇਸ਼ੂ ਸੀਟ ਸ਼ੇਅਰਿੰਗ ਹੈ, ਉਹ ਬਰਕਰਾਰ ਰਹੇਗਾ। ਮਹਾਰਾਸ਼ਟਰ ਦੀ ਗੱਲ ਕਰੀਏ, ਮਹਾਰਾਸ਼ਟਰ ਦੇ ਵਿੱਚ 23 ਸੀਟਾਂ ਦੇ ਉੱਤੇ ਇਲੈਕਸ਼ਨ ਲੜੀ, ਔਰ ਉਸ ਵੇਲੇ ਅਲਾਈਅੰਸ ਪਾਰਟਨਰ ਸੀਗਾ ਸ਼ਿਵ ਸੈਨਾ ਨੇ। ਉद्धਵ ਠਾਕਰੇ ਸਾਹਿਬ ਇਸ ਵਾਰ ਕੀ ਕਰਨਗੇ? ਸ਼ਿਵ ਸੈਨਾ ਕੀ ਕਰੇਗੀ? 23 ਦੇ ਵਿੱਚੋਂ 16 ਜਿੱਤੀਆਂ, 16 ਦੇ ਵਿੱਚੋਂ 13 ਜਿਹੜੇ MP ਨੇ ਉਹ ਸ਼ਿੰਦੇ ਸਾਹਿਬ ਦੇ ਗਰੁੱਪ 'ਚ ਹੁਣ ਦੂਸਰੀ ਤਰਫ ਚਲੇ ਗਏ। ਹਾਲਾਂਕਿ ਸ਼ਿਵ ਸੈਨਾ ਦਾ ਇਹ ਮੰਨਣਾ ਹੈ, ਉद्धਵ ਠਾਕਰੇ ਕੈਂਪ ਦੀ ਮੈਂ ਗੱਲ ਕਰ ਰਿਹਾ, ਉਹਨਾਂ ਦਾ ਮੰਨਣਾ ਹੈ ਕਿ ਚਾਹੇ ਉਹ ਲੋਕ ਉੱਧਰ ਚਲੇ ਗਏ ਨੇ, ਲੇਕਿਨ ਲੀਡਰ ਗਏ ਨੇ, ਬੇਸ ਸਾਡਾ ਬਰਕਰਾਰ ਹੈ। ਬਟ ਸਵਾਲ ਇਹ ਹੈ ਕਿ 2019 ਦੇ ਵਿੱਚ ਔਰ ਉਸ ਤੋਂ ਪਹਿਲਾਂ ਵੀ ਸ਼ਿਵ ਸੈਨਾ ਦਾ ਜੋ ਬੇਸ ਹੈ ਉਹ ਤਾਂ ਐਂਟੀ ਕਾਂਗਰਸ ਹੈ। ਸ਼ਿਵ ਸੈਨਾ ਦਾ ਬੇਸ ਹੀ ਸਾਰਾ ਐਂਟੀ ਕਾਂਗਰਸ, ਔਰ BJP ਉਹਨਾਂ ਦੇ ਲਈ ਨੈਚੁਰਲ ਅਲਾਈ ਸੀਗਾ। ਲੇਕਿਨ ਇਸ ਵਾਰ ਸ਼ਿਵ ਸੈਨਾ ਆਪਣੇ ਬੇਸ ਨੂੰ ਕਿੱਦਾਂ ਸਮਝਾਏਗੀ ਕਿ ਤੁਸੀਂ NCP ਨੂੰ ਵੋਟ ਪਾਓ, ਸ਼ਰਦ ਪਵਾਰ ਸਾਹਿਬ ਨੂੰ ਵੋਟ ਪਾਓ? ਕਿੱਦਾਂ ਸਮਝਾਏਗੀ ਕਿ ਤੁਸੀਂ ਕਾਂਗਰਸ ਨੂੰ ਵੋਟ ਪਾਓ, ਜਿਹਦੇ ਨਾਲ ਕਿ ਇੰਨੇ ਸਾਲਾਂ ਦੀ ਉਹਨਾਂ ਦੀ ਲੜਾਈ ਚੱਲ ਰਹੀ ਹੈ? ਔਰ ਕਿਹਦੇ ਖਿਲਾਫ ਵੋਟ ਪਾਓ? BJP ਦੇ ਨਾਲ। BJP ਲਈ ਵੀ ਚੈਲੰਜ ਹੋਏਗਾ ਕਿ ਸ਼ਿਵ ਸੈਨਾ ਦੇ ਕੈਂਡੀਡੇਟਸ ਦੇ ਖਿਲਾਫ ਕਿੱਦਾਂ ਵੋਟ ਕੱਢਣੇ ਨੇ। ਹਾਲਾਂਕਿ ਦਾਅਵਾ ਉਹਨਾਂ ਦਾ ਵੀ ਇਹੀ ਹੈ, ਮਹਾਰਾਸ਼ਟਰ ਦੇ ਵਿੱਚ ਉਹ ਕਹਿ ਰਹੇ ਕਿ ਜੀ 48 ਸੀਟਾਂ ਨੇ, 48 ਅਸੀਂ 35 ਪਲੱਸ ਲੈ ਰਹੇ ਹਾਂ। ਖੈਰ ਦਾਅਵੇ ਹੈ ਇਹ ਤੇ ਹਜੇ, ਲੇਕਿਨ ਬਿਨਾਂ ਕਿਸੇ ਸਟਰੋਂਗ, ਛੋਟੇ-ਮੋਟੇ ਅਲਾਇੰਸਿਸ ਹੋ ਸਕਦੇ ਨੇ, ਲੇਕਿਨ ਕਾਂਗਰਸ, ਸ਼ਿਵ ਸੈਨਾ ਔਰ NCP ਇੱਕ ਤਰਫ ਨੇ। ਸੋ ਕਿੱਦਾਂ ਮਹਾਰਾਸ਼ਟਰ ਦੇ ਵਿੱਚ ਹੋਏਗਾ, ਬੜਾ ਚੈਲੰਜ ਹੈ। ਔਰ ਮੈਂ ਇੱਥੇ ਵੀ ਜ਼ਰੂਰ ਜ਼ਿਕਰ ਕਰ ਦੇਵਾਂ ਕਿ ਪੰਜਾਬ ਦੇ ਵਿੱਚ ਜੇ ਅਲਾਇੰਸ ਹੁੰਦਾ ਹੈ ਤੇ
10 ਤੋਂ 12 ਸੀਟਾਂ ਕਾਂਗਰਸ ਪਾਰਟੀ ਔਰ ਆਮ ਆਦਮੀ ਪਾਰਟੀ ਜੋ ਸਰਵੇ ਸਾਨੂੰ ਨਜ਼ਰ ਆ ਰਹੇ ਨੇ ਔਰ ਜੋ ਲੋਕਲ ਅਸੀਂ ਪੱਤਰਕਾਰਾਂ ਦੇ ਆਰਟੀਕਲ ਦੇਖ ਰਹੇ ਹਾਂ ਔਰ ਜੋ ਅਸੀਂ ਵੀ ਫੀਡਬੈਕ ਪੰਜਾਬ ਦੇ ਵਿੱਚ ਅਸੀਂ ਖੁਦ ਹੀ ਫੋਨ ਕਾਲ ਵੀ ਮੈਂ ਕਰ ਲੈਣਾ, ਉੱਥੇ ਪੁੱਛਦਾ ਰਹਿਣਾ ਪੰਜਾਬ ਦੇ ਵਿੱਚ ਜਲੰਧਰ ਅੰਮ੍ਰਿਤਸਰ ਕੀ ਹਾਲਾਤ ਹੈ ਵੀ ਕੀ ਚੱਲ ਰਿਹਾ ਉੱਥੇ ਸਾਰਾ ਸਿਲਸਿਲਾ, ਔਰ ਦਿੱਲੀ ਤੱਕ ਤੇ ਅਸੀਂ ਕਾਲ ਸਾਰੀਆਂ ਕਰ ਲੈਂਦੇ ਹਾਂ। ਲੇਕਿਨ ਉੱਥੇ ਗਰਾਊਂਡ ਤੋਂ ਜੋ ਰਿਪੋਰਟ ਆ ਰਹੀ ਹੈ 10 ਤੋਂ 12 ਸੀਟਾਂ ਆਮ ਆਦਮੀ ਪਾਰਟੀ ਔਰ ਕਾਂਗਰਸ ਦਾ ਅਲਾਇੰਸ ਜਿੱਤ ਸਕਦੀ ਹੈ। ਹੋ ਸਕਦਾ ਕਲੀਨ ਸਵੀਪ ਹੀ ਕਰ ਜਾਣ, 13 ਦੀਆਂ 13 ਸੀਟਾਂ ਵੀ ਜਿੱਤ ਜਾਣ ਜੇ ਆਮ ਆਦਮੀ ਪਾਰਟੀ ਔਰ ਕਾਂਗਰਸ ਦਾ ਅਲਾਇੰਸ ਹੁੰਦਾ ਹੈ। ਜੇ ਨਹੀਂ ਵੀ ਅਲਾਇੰਸ ਹੁੰਦਾ ਤਾਂ ਬੀਜੇਪੀ ਨੂੰ ਉੱਥੋਂ ਮਿਲਣਾ ਕੁਝ ਨਹੀਂ ਹੈ। ਕਿਉਂ? ਕਿਉਂਕਿ ਬੀਜੇਪੀ ਦੀਆਂ ਪਿਛਲੀ ਵਾਰ 2 ਸੀਟਾਂ ਸੀ, ਅਕਾਲੀ ਦਲ ਦੀਆਂ 2 ਸੀਟਾਂ ਸੀਗੀਆਂ। ਇਸ ਵਾਰ ਵੀ ਜੇ ਅਲਾਇੰਸ ਨਹੀਂ ਵੀ ਹੁੰਦਾ ਤੇ ਕਾਂਗਰਸ ਹੋ ਸਕਦਾ 5-7 ਸੀਟਾਂ ਕਾਂਗਰਸ ਜਿੱਤ ਜਾਣ, 4 ਤੋਂ 6 ਆਮ ਆਦਮੀ ਪਾਰਟੀ ਜਿੱਤ ਜਾਏ ਔਰ ਹੋ ਸਕਦਾ ਹੈ ਕਿ ਆਮ ਆਦਮੀ ਪਾਰਟੀ ਜ਼ਿਆਦਾ ਜਿੱਤ ਜਾਏ ਜਾਂ ਕਾਂਗਰਸ थोड़ा जिहा घट या ज़्यादा हो जाए। लेकिन बीजेपी और अकाली दल का कोई नंबर को बहुत ज़्यादा ऐसा नहीं हो सकता कि बीजेपी 5 सीटां जित जाए या अकाली दल 5 सीटां जित जाए, ऐसा नहीं होना उत्थे भी। सो ज़्यादा फर्क उत्थे भी नहीं है। 1 मिनट लिए मैं साउथ वाल गौर कर लेना और फिर समअप कर देना सीटां और फिर पैनल मैंबर के विचार ले लेना। साउथ दे विच मैं दसना चाहना है कि केरला दे विच जिन्नी मर्जी कोशिश बीजेपी ने की, RSS संगठन के तौर के उत्ते खुल के अगे आया होया बीजेपी की सपोर्ट कर रहा, बहुत कुछ उत्ते किया जा रहा, बट केरला दे विच बीजेपी का खाता ना पहला खुलिया और हुण भी खुलदा नज़र नहीं आ रहा। तमिलनाडु भी एक होर ऐसी स्टेट है 39 सीट्स ने, बट आई डाउट कि ना बीजेपी और इनके सहयोगी पार्टनर AIADMK जयललिता जी तो बाद पार्टी AIADMK असैंबली के उत्ते भी और लोक सभा के लैवल के उत्ते भी काफ़ी वीक हो गई है। पिछली बार 1 सीट सी, इस बार भी वही 2 या 3 सीटां या 5 सीटां तक भी पहुँचती नज़र नहीं आ रही। स्टालिन इज़ वेरी स्ट्रोंग, DMK काफ़ी ज़्यादा उत्थे स्ट्रोंग इस वेले नज़र आ रही है। सो तमिलनाडु दे विच भी बीजेपी का अपना खाता तो नहीं है, छोटे मोटे अलायंस पार्टनर के नाल देखो की हुंदा है। तेलंगाना दे विच आ जाने, तेलंगाना दे विच बीजेपी हो सकता है 1, 2, 4, 5 सीटां, बट लैस दैन 5 ही रहेगा तेलंगाना दे विच। करनाटका सदन स्टेट्स दे विच जे सब तो ज़्यादा किते सीट्स आउणगीआं तो करनाटका दे विच ही आंदियां नज़र आ रही। हालांकि तेलंगाना और करनाटका दोनों जगह कांग्रेस की सरकार है। मैं इत्थे जरूर जिक्र कर देवां कि आंध्र प्रदेश दे विच रेड्डी साहब YSR कांग्रेस स्ट्रोंग है काफ़ी, असैंबली दे विच भी और नैशनल लैवल के उत्ते भी। हालांकि TDP तेलुगु देशम दे विच जो खबर आ रही हैगी है, यूथ अगे आ रहा हैगा और चंद्रबाबू नायडू साहब का बेटा उन्हें 3000 किलोमीटर की यात्रा की है, वो बड़े स्ट्रोंग हो रहे हैं। बट ना TDP ना YSR कांग्रेस किसी ने भी हजे किते भी अलायंस नहीं किया, ना वो इंडिया अलायंस दे विच शामिल हो रहे हैं, ना बीजेपी दे विच शामिल हो रहे हैं। और ऐसा मन्निया जा रहा है कि TDP जिहड़ा है वो किते ना किते चाहता है कि बीजेपी नाल साडा अलायंस हो जाए, लेकिन बीजेपी फिलहाल इन्नी इंटरस्टेड नज़र नहीं आ रही। YSR ਜਿਹੜੇ स्ट्रोंग ने ज़्यादा सीटां ਜਿਹੜੇ ਜਿੱਤਣਗੇ आंध्र प्रदेश ਦੇ ਵਿੱਚ, ਉਹਨਾਂ ਦਾ फोकस यही है। और शायद TDP भी फिर इस तरह करेगी कि रेड्डी साहब फैसला करेंगे आंध्र प्रदेश ਦੇ ਵਿੱਚ कि ਅਸੀਂ ਜਿਹੜਾ ਪਲੜਾ ਭਾਰੀ ਹੋਇਆ, ਜੇ इंडिया अलायंस ਦਾ ਪਲੜਾ ਭਾਰੀ ਹੋਇਆ ਤਾਂ ਉਸ तरफ चले जाएंगे, जे बीजेपी ਦਾ ਪਲੜਾ ਭਾਰੀ ਹੋਇਆ ਤਾਂ ਉਸ तरफ चले जाएंगे। गल आके मुक्केगी, बहुत ज़्यादा कोई तब्दीली होएगी नहीं। जो ओवरऑल हुण नैशनल लैवल पर मैं आंकड़े तुहाडे सामने पेश कर दिना है, बहुत ज़्यादा कुछ तब्दीली, क्योंकि कुछ स्टेट्स जिथे कि बहुत स्ट्रोंग है, बीजेपी और ओपोजिशन दे विच फर्क बहुत ज़्यादा है। खासकर जे असीं गल करिए मध्य प्रदेश, गुजरात, राजस्थान, छत्तीसगढ़, इन्हां दे विच फर्क बहुत ज़्यादा है। सो जदों बीजेपी 48-47% या 52% वोट शेयर के आसपास चल रही है और जिहड़ी ओपोजिशन हैगी है वो 34, 35, 38, 40 भी नहीं टच कर रही है, सो 10, 12, 15, 17% का फर्क वोट शेयर के नज़र आ रहा है, तो कोई बड़ा इवेंट होए तो फिर तो तब्दीली हो सकती है, वरना ज़्यादा कुछ फर्क होंदा नज़र नहीं आ रहा। इस वेले कोई मनु उत्तर प्रदेश कह के बीजेपी सिर्फ 40 सीटां ले रही है, बाकी अलायंस 40 ले रहा है, ऐसा कुछ नज़र नहीं आ रहा। कांग्रेस कित्थों जितेगी? प्रियंका गांधी वड्रा जी का भी हजे अज तक तो यह नहीं पता है कि उन्हें इलैक्शन कित्थों लड़नी है, राहुल गांधी जी कित्थों लड़नगे, कांग्रेस किहड़ियां 10 सीटां दे या 5 सीटां दे इलैक्शन बहुत स्ट्रोंग नज़र आ रही है, किहड़ी जगह ते उत्ते। सो उत्थे कोई ज़्यादा फर्क नहीं है। सो जिथे 3 हिस्सों के असीं हुण वंडण जा रहे हैं, जो सबनों पता ही है, तुसीं जिन्ने मर्जी आर्टिकल्स इत्ते पढ़ लो, हर आर्टिकल का निचोड़ एक ही निकलता है। निचोड़ की है? साउथ तो शुरू कर लेंगे। साउथ दे विच जिहड़ियां 100 सीट्स ने उत्थे बीजेपी जे असीं गल करिए तो 15-20 सीटां तो उपर बीजेपी नज़र नहीं आ रही। हालांकि बीजेपी का दावा है कि साउथ दियां 100 सीटां तो 40-45 जितने ने, पर नहीं, मैनूं 20 सीटां भी आ जाण तो वड्डी गल होगी, और वो भी मेनली कर्नाटका तो। बाकी खाते खाली है, केरला, तमिलनाडु किते बीजेपी को सीट मिलती नज़र नहीं आ रही, तेलंगाना 2, 4, 5 है, मेनली कर्नाटका तो कर लो। बाकी साउथ दियां 100 सीटां सारी ओपोजिशन वाली जा रही हैं, ओपोजिशन अलायंस ही जिद्दां नज़र आ रहा है या अदर्स को चला जाएगा। बीजेपी ने उत्थे कुछ ज़्यादा मतलब फर्क नहीं है ना, बीजेपी बहुत पिछे है उत्थे। बीजेपी हुण कल नूं केरला तुसीं कहो जी 5 सीटां जित ही नहीं सकती, जो मर्जी हो जाए, कोई बहुत बड़ा कुछ हो जाए तो वखरी गल है, बट केरला किद्दां जित जाओगे तुसीं 5 सीटां? कोई चांस ही नहीं है। तमिलनाडु दे विच क्या बीजेपी 5 सीट जित सकती है? कोई चांस नहीं। आउट ऑफ द 39, 0, 1 दैट्स इट, खत्म। 2 सीटां भी जित जाए तो वड्डी गल है।
ਸੋ ਅਸੀਂ ਜਦੋਂ ਬਹੁਤ ਸਾਰੇ ਲੋਕ ਸਾਨੂੰ ਸਵਾਲ ਪੁੱਛਦੇ ਨੇ ਤੁਸੀਂ ਐਨਾਲਿਸਿਸ ਕਿੱਦਾਂ ਕਰ ਦਿੰਦੇ ਹੋ ਜੀ ਇਹਦਾ ਇਲੈਕਸ਼ਨ ਦਾ, ਉਹ ਇਸ ਤਰ੍ਹਾਂ ਕਰਦੇ ਨੇ ਕਿਉਂਕਿ ਅਸੀਂ ਸਾਰਾ ਕੁਝ ਦੇਖ ਰਹੇ ਹਾਂ, ਪੜ੍ਹ ਰਹੇ ਹਾਂ ਸਾਰਾ ਕੁਝ। ਹੁਣ ਕੱਲ੍ਹ ਨੂੰ ਇਹ ਪੋਸੀਬਲ ਹੀ ਨਹੀਂ ਹੈ ਕਿ ਤਾਮਿਲਨਾਡੂ ਦੀਆਂ 39 ਸੀਟਾਂ 'ਚੋਂ ਬੀਜੇਪੀ 5 ਵੀ ਜਿੱਤ ਜਾਵੇ, ਤਾਂ ਫਿਰ ਪਤਾ ਹੀ ਹੈ ਕਿ ਜੇ 5 ਨਹੀਂ ਜਿੱਤਣੀਆਂ ਫਿਰ ਅਸੀਂ ਖਾਤਾ ਕੱਢ ਲੈਂਦੇ ਹਾਂ। AIADMK ਜੈਲਲਿਤਾ ਜੀ ਬਾਅਦ ਪਤਾ ਹੀ ਹੈ ਉਹਨਾਂ ਨੇ ਵੀ 5 ਨਹੀਂ ਜਿੱਤਣੀਆਂ। ਕੋਈ ਅਵਤਾਰ ਤੇ ਆਉਣ ਨਹੀਂ ਲੱਗਾ ਕੱਲ੍ਹ ਨੂੰ ਕਿ ਜੀ ਜੈਲਲਿਤਾ ਜੀ ਨਹੀਂ ਹੈ ਤੇ ਆ ਨਵਾਂ ਕੋਈ ਆ ਗਿਆ ਬੰਦਾ। ਸਾਹਮਣੇ ਸਭ ਕੁਝ ਨਜ਼ਰ ਆ ਰਿਹਾ ਕੀ ਹੋ ਰਿਹਾ। ਅਸੈਂਬਲੀ ਇਲੈਕਸ਼ਨ ਦੇਖ ਰਹੇ ਹਾਂ 2019 2014 ਦੀਆਂ, ਸਾਰਾ ਕੁਝ ਦੇਖ ਰਹੇ ਹਾਂ, ਸਾਰਾ ਕੁਝ ਸਾਹਮਣੇ ਓਪਨ ਹੀ ਹੈ। ਸੋ ਕਰਨਾਟਕਾ ਦੇ ਵਿੱਚ ਅਸੀਂ ਦੇਖ ਰਹੇ ਹਾਂ ਕੀ ਹੋ ਰਿਹਾ, ਤੇਲੰਗਾਨਾ 'ਚ ਅਸੀਂ ਦੇਖ ਰਹੇ ਹਾਂ, ਉੜੀਸਾ ਦੇ ਵਿੱਚ BJD ਦਾ ਦੇਖ ਰਹੇ ਹਾਂ। ਸੋ ਸਾਰਾ ਕੁਝ ਲਗਭਗ ਓਪਨ ਹੀ ਹੈ ਤੈਅ ਆ। ਜਿਹੜੀਆਂ ਸਟੇਟਸ ਦੇਖਣ ਵਾਲੀਆਂ ਹੋਣਗੀਆਂ ਉਹ ਦੇਖਣ ਵਾਲੀਆਂ ਸਟੇਟਸ ਹੋਣਗੀਆਂ ਉੱਤਰ ਪ੍ਰਦੇਸ਼ ਦੇ ਵਿੱਚ 40 ਦਾ ਤਾਂ ਅੰਕੜਾ ਨਹੀਂ ਹੋਏਗਾ, ਪਰ ਬੀਜੇਪੀ ਕਿੱਥੇ ਖੜੀ ਹੋਏਗੀ 55 to 75 ਕੁਝ ਵੀ ਹੋ ਸਕਦਾ। ਜੇ ਆਪੋਜੀਸ਼ਨ ਅਲਾਈਅੰਸ ਸਾਰੇ ਮਿਲ ਕੇ ਲੜਦੇ ਨੇ ਤਾਂ ਕਿਆ ਬੀਜੇਪੀ ਨੂੰ 50 ਤੋਂ ਥੱਲੇ ਰੋਕ ਲੈਣਗੇ ਜਾਂ ਬੀਜੇਪੀ ਫਿਰ ਵੀ 55 60 70 75। ਜੇ ਬੀਜੇਪੀ 60 ਵੱਲ ਵੱਧਦੀ ਹੈ 60 65 70 ਜੋ ਬੀਜੇਪੀ ਦਾ ਅੱਜ ਵੀ ਦਾਅਵਾ, ਓਪੀਨੀਅਨ ਪੋਲ ਵੀ ਉਹਨਾਂ ਨੂੰ ਅੱਜ ਵੀ 65 to 70 ਦੇ ਰਹੇ ਨੇ। ਹਾਲਾਂਕਿ ਮੈਂ ਜੋ ਨੰਬਰਸ ਦੇ ਰਿਹਾ ਮੈਂ ਉਹਨਾਂ ਨੂੰ ਅੱਜ 55 ਦੇ ਰਿਹਾ, ਮੈਂ ਬੀਜੇਪੀ ਨੂੰ 55 ਦੇ ਰਿਹਾ। ਓਪੀਨੀਅਨ ਪੋਲਸ ਜਾਂ ਬਾਕੀ ਸਾਰੇ ਉਹਨਾਂ ਨੂੰ 65 70 ਦੇ ਰਹੇ ਨੇ। ਬੀਜੇਪੀ ਦਾ ਦਾਅਵਾ ਹੈ ਕਿ ਅਸੀਂ 70+ ਕਰਾਂਗੇ, ਇਹ ਬੀਜੇਪੀ ਦਾ ਕਹਿਣਾ। ਹੁਣ ਅਸੀਂ ਗੱਲ ਕਰਦੇ ਹਾਂ ਜੀ ਨੰਬਰਸ ਦੇ ਮੁੱਦੇ ਤੇ ਆਉਂਦੇ ਹਾਂ। ਸੋ ਅੱਜ ਦਸੰਬਰ 4th ਵੀਕ ਦੇ ਵਿੱਚ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਦੇ ਵਿੱਚੋਂ ਮੈਂ ਨੰਬਰਸ ਦੇ ਰਿਹਾ ਹੈਗਾ। ਪਿਛਲੇ ਹਫਤੇ ਤੁਹਾਨੂੰ ਯਾਦ ਹੋਏ, ਸ਼ੁਰੂਆਤ ਕਰ ਲੈਂਦੇ, ਪਿਛਲੇ ਹਫਤੇ ਬੀਜੇਪੀ ਨੂੰ ਦਿੱਤੇ ਸੀ 240 ਤੋਂ 260। ਅੱਜ ਮੇਰੇ ਨੰਬਰਸ ਮੈਂ 10 ਸੀਟਾਂ ਵਧਾ ਰਿਹਾ ਔਰ ਜ਼ਰੂਰ ਜਵਾਬ ਦੇਵਾਂਗਾ ਕਿਉਂ ਵਧਾ ਰਿਹਾ। ਅੱਜ ਮੈਂ ਬੀਜੇਪੀ ਨੂੰ 240 ਔਰ 260 ਸੀਗੀਆਂ ਜੀ ਦਸੰਬਰ 3rd ਵੀਕ 'ਚ, ਅੱਜ ਮੈਂ ਕਰ ਰਿਹਾ 250 ਔਰ 270 ਦੇ ਵਿੱਚ ਬੀਜੇਪੀ। ਮੈਂ ਬੀਜੇਪੀ ਦੀਆਂ 10 ਸੀਟਾਂ ਜਿਹੜੀਆਂ ਨੇ ਵਧਾ ਰਿਹਾ ਔਰ NDA ਅਲਾਇੰਸ ਜਿਹੜਾ ਹੈਗਾ ਮੇਰੇ ਮੁਤਾਬਿਕ 280+ ਲੈਂਦਿਆਂ ਹੋਇਆਂ ਕੰਫਰਟੇਬਲੀ ਅੱਜ ਸਰਕਾਰ ਬਣਾ ਰਿਹਾ। 280+, 272 ਰਿਕੁਆਇਰਡ ਹੈ। ਸੋ ਅੱਜ ਮੈਂ NDA ਅਲਾਇੰਸ ਨੂੰ 280+ ਦੇ ਰਿਹਾ। ਪਿਛਲੇ ਹਫਤੇ ਮੈਂ 270 ਕਿਹਾ ਸੀ NDA ਅਲਾਇੰਸ ਔਰ ਅੱਜ ਮੈਂ ਕਹਿ ਰਿਹਾ 280+ NDA ਅਲਾਇੰਸ ਜਾਏਗਾ ਔਰ 250 to 270 ਇਹ 4th ਵੀਕ ਦਾ ਪੋਲੀਟੀਕਲ ਸੈਂਸੈਕਸ ਦੇ ਵਿੱਚ ਇਹ 10 ਸੀਟਾਂ ਜਿਹੜੀਆਂ ਮੈਂ ਇਨਕਰੀਜ਼ ਕੀਤੀਆਂ ਇਹਨਾਂ ਦੀਆਂ। ਕਾਂਗਰਸ ਪਾਰਟੀ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਕਾਂਗਰਸ ਪਾਰਟੀ ਨੂੰ ਜੋ ਅਸੀਂ ਪਿਛਲੇ ਹਫਤੇ ਕਿਹਾ ਸੀਗਾ ਕਿ ਯੈਸ ਕਾਂਗਰਸ ਪਾਰਟੀ ਸਮਵੇਅਰ ਅਰਾਊਂਡ 70 to 90 ਦੇ ਵਿੱਚ ਅਸੀਂ ਰੱਖ ਰਹੇ ਸੀ। ਮੈਂ 20 ਦਾ ਗੈਪ ਰੱਖ ਰਿਹਾ, 70 to 90 ਦਾ ਅਸੀਂ ਰੱਖ ਰਹੇ ਸੀ ਕਾਂਗਰਸ ਪਾਰਟੀ ਦੇ ਵਾਸਤੇ। ਇਸ ਵੀਕ ਮੈਂ ਕਾਂਗਰਸ ਪਾਰਟੀ ਨੂੰ ਉੱਥੇ ਰੱਖਿਆ 70 to 90 ਹੀ ਰੱਖਿਆ। ਕਟੌਤੀ ਕਿੱਥੋਂ ਕੀਤੀ ਹੈ? ਮੈਂ ਅਦਰਸ ਤੋਂ ਕਟੌਤੀ ਕੀਤੀ ਹੈ। ਜਿਹੜੀ ਅਦਰਸ ਹੈ ਉਹਨਾਂ ਚੋਂ ਮੈਂ ਕਟੌਤੀ ਕਰਕੇ ਇਸ ਪਾਸੇ ਦੇ ਰਿਹਾ। ਸੋ ਓਵਰਆਲ ਜੀ ਅੱਜ ਮੈਂ ਆਪੋਜੀਸ਼ਨ ਦੀ ਗੱਲ ਕਰਾਂ ਕਿ ਜਿਹੜੇ ਆਪੋਜੀਸ਼ਨ ਅਲਾਇੰਸ ਜੋ ਇਸ ਸਮੇਂ ਬਣ ਚੁੱਕਾ ਹੈ, ਜੋ ਅਲਾਇੰਸ ਇਸ ਵੇਲੇ ਬਣ ਚੁੱਕਾ ਹੈ, ਸੋ ਉਹਦੇ ਬਾਰੇ ਹੁਣ ਮੈਂ ਗੱਲ ਕਰਾਂਗਾ ਕਿ ਜਿੱਥੇ 250 to 270 ਅਸੀਂ ਬੀਜੇਪੀ ਦੀ ਗੱਲ ਕਰ ਰਹੇ ਹਾਂ, NDA ਅਲਾਇੰਸ ਜਿਹੜਾ ਹੈਗਾ ਉਹ 280+ ਸੀਟਾਂ ਅਸੀਂ ਅੱਜ ਦੇ ਰਹੇ ਹੈਗੇ ਹਾਂ ਕਿ ਅਸੀਂ ਓਵਰਆਲ ਗੱਲ ਕਰੀਏ 270 to 290। ਮੈਂ 20 ਦਾ ਜੇ ਅਸੀਂ ਗੈਪ ਲੈਂਦੇ ਹਾਂ 270 to 290 ਮੈਂ ਟੋਟਲ ਓਵਰਆਲ ਅਲਾਇੰਸ ਦੀ ਜਿਹੜੀ ਉਹ ਗੱਲ ਕਰ ਰਿਹਾ ਜਿਹੜਾ ਬੀਜੇਪੀ NDA ਅਲਾਇੰਸ ਹੈਗਾ। ਹੁਣ ਅਸੀਂ ਗੱਲ ਕਰਦੇ ਹਾਂ ਕਿ ਜਿਹੜਾ ਆਪੋਜੀਸ਼ਨ ਜੋ ਅਲਾਇੰਸ ਆਲਰੇਡੀ ਬਣ ਚੁੱਕਾ ਹੈਗਾ, ਆਪੋਜੀਸ਼ਨ ਅਲਾਇੰਸ ਨੂੰ ਅੱਜ ਅਸੀਂ 160 to 180 ਦੇ ਵਿੱਚ ਖੜਾ ਕਰ ਰਹੇ ਹਾਂ। ਸੋ ਦਿੱਲੀ ਦੂਰ ਹੈ 160 to 180। ਜਦੋਂ ਤੱਕ ਇਹ ਅਲਾਇੰਸ ਜਿਹੜਾ ਹੈ ਇਹ 210-20 ਤੱਕ ਨਹੀਂ ਜਾਂਦਾ, ਕਿਉਂਕਿ ਜੇ 210-20 ਤੱਕ ਵੀ ਚਲਾ ਜਾਂਦਾ ਅਲਾਇੰਸ ਬਾਕੀ ਸੀਟਾਂ ਫਿਰ ਮੈਨੇਜ ਹੋਣੀਆਂ ਸ਼ੁਰੂ ਹੋਣਗੀਆਂ, ਫਿਰ NDA ਅਲਾਇੰਸ ਘਟੇਗਾ, ਫਿਰ NDA ਅਲਾਇੰਸ ਉਸ ਵੇਲੇ 230 ਵੱਲ ਆਏਗਾ। NDA ਜੇ ਆਪੋਜੀਸ਼ਨ ਅਲਾਇੰਸ 210 ਤੇ ਹੈ ਔਰ NDA ਅਲਾਇੰਸ ਜਿਹੜਾ ਹੈਗਾ ਉਹ 230 ਤੇ ਹੈ, ਮੈਂ ਫਿਰ ਵੀ ਆਪੋਜੀਸ਼ਨ ਅਲਾਇੰਸ ਨੂੰ ਸਟਰੋਂਗ ਗਣਾਂਗਾ ਕਿਉਂਕਿ ਬਹੁਤ ਮੁਸ਼ਕਿਲ ਹੋਏਗਾ ਕਿ ਇਹਨਾਂ ਨੂੰ ਅਲਾਇੰਸਿਸ ਬਣਾਉਣਾ। ਖਾਸ ਕਰ ਮੋਦੀ ਸਾਹਿਬ ਜਦੋਂ ਕੁਰਸੀ ਤੇ ਬੈਠੇ ਨੇ, ਆਪੋਜੀਸ਼ਨ ਅਲਾਇੰਸਿਸ ਇੰਨੀ ਜਲਦੀ ਇਹਨਾਂ ਲਈ ਬਣਦੇ ਨਜ਼ਰ ਨਹੀਂ ਆ ਰਹੇ ਜੀ। ਇਹ ਸਾਰਾ ਲੇਖਾ ਜੋਖਾ ਅਸੀਂ ਤੁਹਾਡੇ ਲਈ ਕਰ ਰਹੇ ਹੈਗੇ ਹਾਂ ਔਰ ਹੁਣ ਪੈਨਲ ਮੈਂਬਰਸ ਨੂੰ The biggest South Asian media group, Y Media.